ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਟੇਕ ਲੱਗੀ ਹੋਈ ਹੈ ਕਈਆਂ ਦੀ। ਵਕਾਰ ਦਾ ਸਵਾਲ ਬਣੀ ਹੋਈ ਹੈ ਇਹ ਚੋਣ ਪੋਲੀਟੀਕਲ ਪਾਰਟੀਆਂ ਦੇ ਲਈ, ਭਾਵੇਂ ਉਹ ਸੱਤਾਧਰ ਹੋਵੇ ਜਾਂ ਵਿਰੋਧੀ ਧਿਰ ਹੋਵੇ। ਵੈਸੇ ਤਾਂ ਜ਼ਿਆਦਾਤਰ ਜਿਹੜਾ ਵਕਾਰ ਦਾ ਸਵਾਲ ਬਣੀ ਹੋਈ ਹੈ ਉਹ ਸੱਤਾਧਾਰੀ ਧਿਰ ਦੇ ਲਈ ਬਣੀ ਹੋਈ ਹੈ। ਲਗਭਗ 1 ਸਾਲ ਦੇ ਵਿੱਚ ਦੂਜੀ ਬਾਈ ਇਲੈਕਸ਼ਨ ਹੈਗੀ ਹੈ, ਦੂਜੀ ਜ਼ਿਮਨੀ ਚੋਣ ਹੈਗੀ ਹੈ। ਅਜੇ ਇਹਦੇ ਵਿੱਚ ਪਹਿਲੀ ਸੰਗਰੂਰ ਦੀ ਜ਼ਿਮਨੀ ਚੋਣ 92 MLA ਜਿੱਤਣ ਤੋਂ ਬਾਅਦ ਕੁਝ ਹੀ ਸਮੇਂ ਬਾਅਦ ਆ ਗਈ ਸੀ ਔਰ ਹਾਰ ਦਾ ਮੂੰਹ ਦੇਖਣਾ ਪਿਆ ਆਮ ਆਦਮੀ ਪਾਰਟੀ ਨੂੰ, ਔਰ ਇੱਥੇ ਵੀ ਹੁਣ ਖਾਸਾ ਜ਼ੋਰ ਲਾਣਾ ਪਏਗਾ। ਵੱਡਾ ਸਵਾਲ ਤਾਂ ਇਹ ਆਮ ਆਦਮੀ ਪਾਰਟੀ ਦੇ ਲਈ ਚੁੱਕਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣਾ ਕੋਈ ਉਮੀਦਵਾਰ ਹੀ ਨਹੀਂ ਲੱਭਿਆ, ਇਸ ਕਰਕੇ ਕਾਂਗਰਸ ਪਾਰਟੀ ਦੇ ਵਿੱਚੋਂ ਕੈਂਡੀਡੇਟ ਲੈ ਕੇ ਇਹਨਾਂ ਨੇ ਚੋਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਉਤਾਰਿਆ। ਲਗਭਗ ਇਹੀ ਹਾਲ ਬੀਜੇਪੀ ਦਾ ਵੀ ਦੱਸਿਆ ਜਾ ਰਿਹਾ ਕਿ ਬੀਜੇਪੀ ਨੂੰ ਵੀ ਜਦੋਂ ਆਪਣਾ ਕੈਂਡੀਡੇਟ ਨਹੀਂ ਮਿਲਿਆ ਤਾਂ ਦੂਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸਾਬਕਾ ਵਿਧਾਇਕ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਉਸ ਨੂੰ ਟਿਕਟ ਦਿੱਤੀ ਗਈ ਹੈ। ਜੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਗੱਲ ਕੀਤੀ ਜਾਵੇ ਜਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਾਰੇ ਖਾਸ ਤੌਰ ਤੇ ਚਰਚਾ ਜਿਹੜੀ ਰਹੀ ਹੈ ਉਹ ਇਹ ਰਹੀ ਹੈ ਕਿ ਜਿਹੜੇ ਉੱਥੋਂ ਦੇ ਲੋਕਲ ਲੋਕ ਨੇ, ਜਿਹੜੇ ਵਰਕਰ ਨੇ, ਉਹ ਕਾਫੀ ਨਾਰਾਜ਼ ਤੇ ਨਿਰਾਸ਼ ਨਜ਼ਰ ਆ ਰਹੇ ਨੇ ਕਿ ਬਾਹਰੋਂ ਕਿਸੇ ਹੋਰ ਪਾਰਟੀ ਚੋਂ ਕੈਂਡੀਡੇਟ ਰਾਤੋਂ ਰਾਤ ਲਿਆ ਕੇ ਉਹ ਖੜਾ ਕੀਤਾ ਗਿਆ, ਜਿਸ ਦੀ ਕਾਫੀ ਜ਼ਿਆਦਾ ਉੱਥੇ ਚਰਚਾ ਦਾ ਵਿਸ਼ਾ ਬਣਿਆ ਵੀ ਹੋਇਆ। ਸੋ ਇਹ ਕਿੱਦਾਂ ਦੀ ਇਲੈਕਸ਼ਨ ਰਹਿਣ ਵਾਲੀ ਹੈ, ਕਿ ਮੁੱਦਿਆਂ ਤੇ ਨਿਰਭਰ ਰਹਿਣ ਵਾਲੀ ਹੈ, ਪਿਛਲੇ 1-1.5 ਸਾਲ ਦਾ ਲੇਖਾ ਜੋਖਾ ਜਿਹੜਾ ਸਰਕਾਰ ਦਾ ਰਹੇਗਾ ਉਹਦਾ ਨਿਚੋੜ ਹੋਏਗਾ ਇਹ ਚੋਣ ਨਤੀਜਿਆਂ ਦੇ ਵਿੱਚ। ਸੋ ਤਮਾਮ ਤਰ੍ਹਾਂ ਦੀਆਂ ਗੱਲਾਂ ਨੇ, ਕਿਉਂਕਿ ਜੋ ਪੰਜਾਬ ਦਾ ਮਾਹੌਲ ਬਣਿਆ ਹੋਇਆ ਉਹ ਮਾਹੌਲ ਵੀ ਕਿਤੇ ਨਾ ਕਿਤੇ ਇਹਨਾਂ ਚੋਣਾਂ ਦੇ ਵਿੱਚ ਅਸਰ ਜ਼ਰੂਰ ਪਾਏਗਾ। ਸਾਡੇ ਨਾਲ 2 ਖਾਸ ਮਹਿਮਾਨ ਜੁੜੇ ਹੋਏ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ। ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ ਸਿਆਸੀ ਮਾਹਰ ਨੇ, ਚੰਗੀ ਪਕੜ ਇਹਨਾਂ ਦੀ ਪੰਜਾਬ ਦੇ ਸਾਰੇ ਮੁੱਦਿਆਂ ਤੇ, ਭਾਵੇਂ ਉਹ ਪੋਲਿਟਿਕਸ ਨਾਲ ਜੁੜੇ ਹੋਣ ਜਾਂ ਸਮਾਜਿਕ ਮੁੱਦੇ ਹੋਣ, ਚੰਗੀ ਪਕੜ ਰੱਖਦੇ ਨੇ। ਸਾਡੇ ਨਾਲ ਸਾਧੂ ਸਿੰਘ ਬਰਾੜ ਸਾਹਿਬ ਮੌਜੂਦ ਨੇ, ਸੀਨੀਅਰ ਪੱਤਰਕਾਰ ਨੇ, ਲੰਬਾ ਸਮਾਂ ਪੱਤਰਕਾਰੀ ਦੇ ਵਿੱਚ ਰਹੇ ਨੇ, ਪੰਜਾਬ ਦੇ ਜੜ ਦੇ ਨਾਲ ਜੁੜੇ ਹੋਏ ਨੇ, ਪੰਜਾਬ ਦੀ ਨਸ-ਨਸ ਤੋਂ ਵਾਕਫ ਨੇ, ਖਾਸ ਤੌਰ ਤੇ ਲੋਕ ਕੀ ਸੋਚ ਕੇ ਵੋਟ ਪਾਉਂਦੇ ਨੇ ਉਹਨਾਂ ਮੁੱਦਿਆਂ ਤੇ। ਸਭ ਤੋਂ ਪਹਿਲਾਂ ਸ਼ੁਰੂਆਤ ਖਾਲਿਦ ਸਾਹਿਬ ਤੋਂ ਹੀ ਕਰਦੇ ਹਾਂ। ਖਾਲਿਦ ਸਾਹਿਬ, ਆਮ ਤੌਰ ਤੇ ਜਦੋਂ ਬਾਈ ਇਲੈਕਸ਼ਨ ਆਉਂਦੀ ਹੈ, ਭਾਵੇਂ ਉਹ ਵਿਧਾਨ ਸਭਾ ਦੀ ਹੋਵੇ ਜਾਂ ਲੋਕ ਸਭਾ ਦੀ ਹੋਵੇ, ਤਾਂ ਆਪਾਂ ਇਹ ਕਹਿ ਦਿੰਦੇ ਹਾਂ ਕਿ ਦੇਖੋ ਜਿਹੜੀ ਬਾਈ ਇਲੈਕਸ਼ਨ ਹੁੰਦੀ ਹੈ ਇਹ ਸੱਤਾਧਾਰੀ ਧਿਰ ਦੀ ਹੀ ਹੁੰਦੀ ਹੈ, ਉਹਨਾਂ ਦਾ ਹੱਥ ਉੱਪਰ ਹੁੰਦਾ, ਪਰ ਸੱਤਾਧਾਰੀ ਧਿਰ ਨੂੰ ਵੀ ਇਸ ਵਾਰ ਬਹੁਤੀ ਮਿਹਨਤ ਕਰਨੀ ਪੈ ਰਹੀ ਹੈ। ਇਸ ਵਾਰ ਦਾ ਸਿਨੈਰੀਓ ਥੋੜਾ ਜਿਹਾ ਆਮ ਚੋਣਾਂ ਦੇ ਨਾਲੋਂ ਤੁਹਾਨੂੰ ਵੱਖਰਾ ਨਜ਼ਰ ਆ ਰਿਹਾ? ਯੈਸ, ਦੇਖੋ ਇੱਦਾਂ ਹੈ, ਇਹ ਬਹੁਤ ਹੀ ਇੰਟਰਸਟਿੰਗ ਇਲੈਕਸ਼ਨ ਹੋਣ ਵਾਲੀ ਹੈ। ਜਿਹੜੀਆਂ ਚਾਰੇ ਧਿਰਾਂ ਹੈਗੀਆਂ ਜੀ, ਉਹਨਾਂ ਦੇ ਆਪਣੇ ਆਪਣੇ ਸਟੇਕ ਇਹਦੇ ਵਿੱਚ ਲੱਗੇ ਹੋਏ ਹਨ। ਆਮ ਆਦਮੀ ਪਾਰਟੀ ਦੀ ਆਪਾਂ ਐਗਜ਼ਾਮਪਲ ਲਈਏ, ਆਮ ਆਦਮੀ ਪਾर्टी को कैंडिडेट तो नहीं था अपना, कैंडिडेट उन्होंने इंपोर्ट करके खड़ा करता है, लेकिन आम आदमी पार्टी का स्टेक ये हैगा कि वो पहला संगरूर का इलैक्शन हार चुके हैं और ये इलैक्शन अगर हार जाते हैं तो उन्होंने क्रेडिबिलिटी के उपर बहुत बड़ा क्वेश्चन मार्क सारिया अपोजिशन पार्टियां खड़ा करनगियां कि तुहाडियां पॉलिसीज़ नहीं लोगों को पसंद नहीं, इस करके। और आम आदमी पार्टी इसे करके अपने मिनिस्टरां नूं, अपने MLAs नूं सारियां दी ड्यूटियां लाइयां कि तुसी किस तरीके दे नाल डोर टू डोर कैंपेनिंग करनी है, घरां च जाना है, सारा कुछ कर रहे हैं। उन्होंने अपनी दिल्ली वाली जिहड़ी हैगे लीडरशिप वो भी लिया के इत्थे खड़ी करनगे अगर वो उधरों फ्री हो गए तां। कांग्रेस की जिथे तक गल है 1999 के बाद 2004 2009 14 19 सारिया इलैक्शनां जिहड़ियां हैगियां वो कांग्रेस ने जीती है। कांग्रेस की सीट सेफ मन्नी जाती है। कांग्रेस के वास्ते बहुत बड़ा चैलेंज हैगा कि क्या जिहड़ी कांग्रेस की लोकल लीडरशिप है, मीन स्टेट की लीडरशिप है, वो एक यूनाइटेड फेस दिंदी है या नहीं दिंदी। अगर वो यूनाइटेड फेस दिंदी है वो एक संकेत होएगा 2024 के इलैक्शन। बिल्कुल ठीक। अगर वो यूनाइटेड नहीं रहिंदी या उस तरह फैक्शनलिज्म शो होंदा है तो उसका प्रभाव 2024 के इलैक्शन के उपर पैगा। फिलहाल तो नज़र आ रही है कि एकजुटता दा प्रतीक नज़र आ रहा है। देखो एकजुटता जिहड़ी हैगी है उत्थे हजे नहीं है, वो चीज़ नहीं है जिस तरीके दे नाल एक जिन्हों कहते वैल ऑयल्ड मशीन वांगू काम करते ना, वो चीज़ हजे नहीं है। बाकी इलैक्शन जिवें कैंपेन अगे वधेगा देखा जाएगा। बीजेपी जिहड़ी हैगी है उन्हें भी इस तरीके दे नाल एक कैंडीडेट इंपोर्ट करके खड़ा करता है, लेकिन बीजेपी इस करके क्योंकि जलंधर दे विचों किते किते MLA दा इलैक्शन वगैरह जीती रहिंदी है, हो सकता है वो कहंदे हन भी साडी अर्बन वोट जिहड़ी हैगी है। इहदे च एक होर चीज़ है जी, दलित वोट काफ़ी है, क्रिश्चियन वोट, ये 2 फैक्टर्स भी। और क्रिश्चियंस ने अपनी पोलीटिकल पार्टी खड़ी की है ये सोच के भी असी बारगेनिंग करांगे अपने वोटां दे, हो सकता अगे नूं MLA दा ये होवे। जिथे तक अकाली दल बसपा का सवाल है, अकाली दल बेशक एक हाशिए ते खड़ा है इस वेले इलैक्टोरल पॉलिटिक्स दी पंजाब बिल्कुल उत्थे 2 चीज़ां हैगियां। नंबर 1, अगर BSP दे नाल वो अलायंस करते हैं, क्या BSP अपनी वोट शेयर और
ਅਕਾਲੀ ਦਲ ਆਪਣੀ ਵੋਟ ਸ਼ੇਅਰ ਇਕੱਠੀ ਕਰਕੇ ਗੇਨ ਕਰਦਾ ਜਾਂ ਨਹੀਂ ਕਰਦਾ। ਇਹ ਵੀ ਇੰਡੀਕੇਸ਼ਨ ਜਿਹੜੀ ਹੈਗੀ ਹੈ ਇਹ ਹੋਏਗੀ 2024 ਦੇ ਇਲੈਕਸ਼ਨ ਵਾਸਤੇ ਕਿ 2024 ਦੇ ਵਿੱਚ ਕੌਣ ਕਿੰਨੀਆਂ ਸੀਟਾਂ ਲੜੇਗਾ, ਕੌਣ ਕਿੰਨੀਆਂ ਸੀਟਾਂ ਦੇ ਵਿੱਚ ਕਿਹਨੂੰ ਜਿਤਾ ਸਕਦਾ ਹੈ। ਇਹ ਇੰਡੀਕੇਸ਼ਨ ਜਿਹੜੀ ਹੈਗੀ ਹੈ ਇਸ ਇਲੈਕਸ਼ਨ ਦੇ ਵਿੱਚੋਂ ਜਿਹੜੀ ਹੈਗੀ ਹੈ ਸਾਹਮਣੇ ਆ ਜਾਏਗੀ। ਇਸ ਕਰਕੇ ਹੀ ਮੈਂ ਕਹਿ ਰਿਹਾ ਕਿ ਇਹ ਇਲੈਕਸ਼ਨ ਜਿਹੜਾ ਹੈਗਾ ਬਹੁਤ ਇੰਟਰਸਟਿੰਗ ਹੈ ਸਾਰੀਆਂ ਪੋਲੀਟੀਕਲ ਪਾਰਟੀ ਵਾਸਤੇ, ਲੋਕਾਂ ਵਾਸਤੇ ਵੀ। ਔਰ ਸੱਤਾ ਧਿਰ ਦੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਦੇਖੋ ਜੇ ਮਿਊਨਿਸਪਲ ਇਲੈਕਸ਼ਨ ਹੁੰਦੇ ਆ, ਆਪਣੇ ਪੰਚਾਇਤਾਂ ਦੇ ਇਲੈਕਸ਼ਨ ਹੁੰਦੇ ਆ, ਆਮ ਤੌਰ ਪਰ ਉਹ ਪਾਰਟੀ ਲੈ ਜਾਂਦੀ ਹੈ ਜਿਹੜੀ ਸੱਤਾ ਹੁੰਦੀ ਹੈ। ਲੇਕਿਨ ਇੱਥੇ ਡਿਫਰੈਂਟ ਹੈ। ਇੱਥੇ ਡਿਫਰੈਂਟ ਹੈ। ਇਹ ਐਮਐਲਏ ਦਾ ਇਲੈਕਸ਼ਨ ਨਹੀਂ ਹੈ, ਐਮਪੀ ਦਾ ਇਲੈਕਸ਼ਨ ਹੈ। ਔਰ ਇਸ ਇਲੈਕਸ਼ਨ ਦੇ ਜਿੱਤਣ ਤੇ ਹਾਰਨ ਦਾ ਸਾਡੇ ਦੇਸ਼ ਦੀ ਨੈਸ਼ਨਲ ਪੋਲਿਟਿਕਸ ਦੇ ਉੱਪਰ ਕੋਈ ਅਸਰ ਨਹੀਂ ਪੈਣਾ, ਕੋਈ ਅਸਰ ਨਹੀਂ ਹੈ। ਕੋਈ ਲੋਕ ਸਭਾ ਦੇ ਵਿੱਚ ਗਿਣਤੀ ਮਿੰਤੀ ਦਾ ਕੋਈ ਪ੍ਰਭਾਵ ਨਹੀਂ, ਪਰ ਖੇਤਰੀ ਪੋਲਿਟਿਕਸ ਤੇ ਫਰਕ ਜ਼ਰੂਰ ਪਏਗਾ। ਖੇਤਰੀ ਪੋਲਿਟਿਕਸ ਦੇ ਉੱਪਰ ਫਰਕ ਜ਼ਰੂਰ ਪਏਗਾ। ਇੱਕ ਛੋਟਾ ਜਿਹਾ ਸਵਾਲ ਮੈਂ ਹੋਰ, ਫਿਰ ਮੈਂ ਬਰਾੜ ਸਾਹਿਬ ਕੋਲ ਜਾਵਾਂਗਾ ਜੀ। ਤੁਸੀਂ ਬੀਜੇਪੀ ਦੀ ਗੱਲ ਕੀਤੀ ਕਿ ਬੀਜੇਪੀ ਨੂੰ ਲੱਗਦਾ ਹੈ ਕਿ ਅਰਬਨ ਜਿਹੜੀ ਵੋਟ ਹੈ ਉਹਨਾਂ ਦੇ ਕੋਲ ਹੈਗੀ ਹੈ, ਗਾਹੇ ਬਗਾਹੇ ਉਹਨਾਂ ਦੇ ਐਮਐਲਏ ਜਿੱਦੇ ਵੀ ਰਹਿੰਦੇ ਨੇ, ਪਰ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋ ਵੀ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਨੂੰ ਕੋਈ ਗੇਨ ਹੋ ਸਕਦਾ? ਵੋਟ ਪੋਲਰਾਈਜ਼ ਹੋਈ ਹੈ, ਹਿੰਦੂ ਵੋਟ ਪੋਲਰਾਈਜ਼ ਹੋਈ ਹੈ ਹਾਲ ਹੀ ਦੇ ਵਿੱਚ। ਪਿਛਲੇ 2 ਮਹੀਨੇ ਦੌਰਾਨ ਜੋ ਅਸੀਂ ਕੁਝ ਦੇਖਿਆ ਪੰਜਾਬ ਦੇ ਵਿੱਚ, ਜੋ ਸਾਰਾ ਕੁਝ ਚੱਲਦਾ ਰਿਹਾ ਖਾਲਿਸਤਾਨ ਨੂੰ ਲੈ ਕੇ, ਇੱਥੇ ਸੀਆਰਪੀਐਫ, ਇੱਥੇ ਫਲਾਣੇ ਦੀ ਚੱਕ ਧਰਪਕੜ, ਇੱਥੇ ਐਨਐਸਏ ਲਗਾ ਦਿੱਤਾ ਗਿਆ, ਉਹਦਾ ਅਸਰ ਇਸ ਇਲੈਕਸ਼ਨ ਤੇ ਪਏਗਾ? ਤੇ ਜੇ ਪਏਗਾ ਤਾਂ ਉਹਦਾ ਫਾਇਦਾ ਬੀਜੇਪੀ ਨੂੰ ਹੋਏਗਾ? ਨਹੀਂ, ਉਹਦਾ ਨੈਗੇਟਿਵ ਹੋਏਗਾ। ਉਹਦੀ ਵਜ੍ਹਾ ਹੈਗੀ, ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਹੈ ਕਿ ਦੋਵੇਂ ਆ। ਉਹਦੀ ਵਜ੍ਹਾ ਹੈਗੀ ਹੈ ਕਿ ਬੀਜੇਪੀ ਕਿੰਨਾ ਵੀ ਮਰਜ਼ੀ ਕੋਸ਼ਿਸ਼ ਕਰ ਲਵੇ, ਇੱਥੇ ਦੀ ਪੋਲਿਟਿਕਸ ਨੂੰ ਯੂਪੀ ਵਾਂਗੂ ਪਾੜ ਨਹੀਂ ਸਕਦੀ। ਉਹਦੀ ਪੋਸੀਬਿਲਿਟੀ ਨਹੀਂ ਹੈ। ਪੰਜਾਬ ਦਾ ਵੋਟਰ ਡਿਫਰੈਂਟ ਤਰੀਕੇ ਨਾਲ ਸੋਚਦਾ ਹੈ, ਯੂਪੀ ਦਾ ਵੋਟਰ ਡਿਫਰੈਂਟ ਤਰੀਕੇ ਨਾਲ ਸੋਚਦਾ ਹੈ। ਇਸ ਕਰਕੇ ਜਿਸ ਤਰੀਕੇ ਦੇ ਨਾਲ ਬੀਜੇਪੀ ਇੰਪੋਰਟ ਕਰਦੀ ਹੈ, ਸਿੱਖ ਚਿਹਰਿਆਂ ਨੂੰ ਲਿਆ ਰਹੀ ਹੈ, ਕਿਸੇ ਨੂੰ ਨੈਸ਼ਨਲ ਕਮਿਸ਼ਨ ਦਾ ਚੇਅਰਮੈਨ ਲਾਤਾ, ਕਿਸੇ ਨੂੰ ਹੋਰ ਕੋਈ ਉਹ ਦੇਤਾ, ਅਗਰ ਇਹ ਸਾਰੀਆਂ ਚੀਜ਼ਾਂ ਕਰਦੀ ਵੀ ਹੈ ਉਹ ਵੀ ਅਗੇਂਸਟ ਹੀ ਜਾਂਦਾ ਹੈ, ਕਿਉਂਕਿ ਪੰਜਾਬ ਦੇ ਵੋਟਰ ਦੀ ਨਬਜ਼ ਹੀ ਡਿਫਰੈਂਟ ਹੈ। ਉਹ ਨਬਜ਼ ਨਹੀਂ ਹੈ ਜਿਹੜੀ ਕਿ ਨੈਸ਼ਨਲ ਮੇਨ ਸਟ੍ਰੀਮ ਦੇ। ਅਸੀਂ ਆਪਣੇ ਆਪ ਨੂੰ ਅਲੱਗ ਕਰਕੇ ਵੋਟ ਪਾਉਣਾ ਜਾਣਦੇ ਹਾਂ ਔਰ ਪਾਉਂਦੇ ਰਹੇ ਹਾਂ। ਇਸ ਕਰਕੇ ਇਹ ਇਲੈਕਸ਼ਨ ਜਿਹੜਾ ਹੈਗਾ ਇਹਦੇ ਵਿੱਚ ਅਗਰ ਸੋਚੋ ਕਿ ਬੀਜੇਪੀ ਬਹੁਤ ਗੇਨ ਕਰੇਗੀ, ਮੈਨੂੰ ਨਹੀਂ ਲੱਗਦਾ ਇੰਨਾ ਗੇਨ ਕਰੇਗੀ। ਠੀਕ ਹੈ। ਸਾਧੂ ਸਿੰਘ ਬਰਾੜ ਸਾਹਿਬ, ਇਹ ਜਿਹੜਾ ਏਰੀਆ ਹੈਗਾ, ਇਹ ਏਰੀਆ ਡੇਰਿਆਂ ਤੋਂ ਖਾਸਾ ਪ੍ਰਭਾਵਿਤ ਹੈ। ਡੇਰਾ ਵੱਲਾ ਇੱਥੇ ਹੈ, ਰਾਧਾ ਸੁਆਮੀਆਂ ਦਾ ਡੇਰਾ ਇੱਥੇ ਹੈ, ਹੋਰ ਛੋਟੇ ਮੋਟੇ ਡੇਰੇ ਬਹੁਤ ਹੈਗੇ ਨੇ। ਪਹਿਲਾਂ ਬੜੀ ਚਰਚਾ ਇਹ ਵੀ ਰਹੀ ਕਿ ਚੰਨੀ ਕੈਂਡੀਡੇਟ ਹੋ ਸਕਦਾ, ਕਿਉਂਕਿ ਵੱਲਾਂ ਵਾਲੇ ਡੇਰੇ ਦਾ ਉਹ ਜਿਹੜਾ ਸਟੇਕ ਹੈਗਾ ਉਹ ਬਹੁਤ ਜ਼ਿਆਦਾ ਹੈਗਾ। ਚਲੋ ਉਹ ਗੱਲ ਠੱਪ ਹੋ ਗਈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡੇਰਾ ਵੱਲਾਂ ਤੱਕ ਪਹੁੰਚ ਕੀਤੀ ਗਈ, ਕਰੋੜਾਂ ਰੁਪਏ ਦੇ ਉਹਨਾਂ ਦੇ ਡਿਵੈਲਪਮੈਂਟ ਦੇ ਚੈੱਕ ਵੀ ਵੰਡੇ ਗਏ। ਤੁਹਾਨੂੰ ਲੱਗਦਾ ਕਿ ਇਸ ਪੂਰੇ ਰੀਜਨ ਦੇ ਵਿੱਚ ਡੇਰਾ ਤੇ ਦਲਿਤ ਵੋਟ ਹੈ ਜਿਹੜੀ ਉਹ ਅਹਿਮ ਭੂਮਿਕਾ ਨਿਭਾਏਗੀ? ਹਰਪ੍ਰੀਤ ਜੀ, ਇਹ ਬੜੀ ਇਲੈਕਸ਼ਨ ਨਾ ਪਿਛਲੇ ਮਹੀਨੇ 1.5 ਮਹੀਨੇ ਤੋਂ ਬੜੀ ਦਿਲਚਸਪ ਬਣਦੀ ਜਾ ਰਹੀ ਹੈ। ਆ ਜਿਹੜਾ ਤੁਸੀਂ ਸਵਾਲ ਕੀਤਾ ਹੈ ਇਹ ਕੋਈ ਨਵਾਂ ਨਹੀਂ ਹੈ। ਇਹ ਦੁਆਬੇ ਦੇ ਵਿੱਚ ਸ਼ੁਰੂ ਤੋਂ ਹੀ ਕਾਂਗਰਸ ਪੱਖੀ ਲੋਕ ਰਹੇ ਆ, ਚਾਹੇ ਉਹ ਸ਼ਹਿਰਾਂ 'ਚ ਚਾਹੇ ਉਹ ਪਿੰਡਾਂ 'ਚ ਸੀਗੇ। ਲੇਕਿਨ ਕੁਛ 3-4 ਹਲਕੇ ਸੀ ਜਿੱਥੇ ਅਕਾਲੀ ਦਲ ਦਾ ਵੀ ਪੂਰਾ ਜ਼ੋਰ ਰਿਹਾ, ਜਿਵੇਂ ਨਕੋਦਰ ਹੈ, ਸ਼ਾਹਕੋਟ ਹੈ, ਔਰ ਇੱਕ ਹੋਰ ਹੈ ਹਲਕਾ, ਉੱਥੇ ਤਕਰੀਬਨ ਇਹਨਾਂ ਦੇ ਹੀ ਐਮਐਲਏ ਬਣਦੇ ਰਹੇ ਆ। ਆਦਮਪੁਰ ਤੋਂ ਹੈਗਾ, ਫਲੋਰ ਤੋਂ ਵੀ ਇਹਨਾਂ ਦਾ ਹੁੰਦਾ ਸੀ, ਪਰ ਉਸ ਤੋਂ ਬਾਅਦ ਕੋਈ ਡਿਵੀਜ਼ਨ ਹੋ ਗਿਆ। ਲੇਕਿਨ 1.5 ਮਹੀਨਾ ਪਹਿਲਾਂ ਇਹ ਲੱਗਦਾ ਸੀ ਕਿ ਬੀਜੇਪੀ ਕਾਫੀ ਗੇਨ ਕਰ ਗਈ ਹੈ, ਸਿੱਖ ਬਹੁਤ ਉਹਨਾਂ ਵੱਲ ਆ ਗਏ ਹੈ, ਜਾਂ ਹਿੰਦੂ ਵੋਟ ਬੜੀ ਅਟਰੈਕਟਿਵ ਹੋਈ ਹੈ। ਲੇਕਿਨ ਉਹ ਕੋਈ ਜ਼ਮੀਨ ਤੇ ਨਜ਼ਰ ਨਹੀਂ ਆਇਆ, ਬਲਕਿ ਪਤਾ ਨਹੀਂ, ਮੈਂ ਸ਼ਾਇਦ ਗਲਤ ਹੋਵਾਂ, ਮੈਨੂੰ ਲੱਗਦਾ ਵੀ ਜਿੰਨੇ ਵੀ ਇਹ ਕਾਂਗਰਸ ਤੋਂ ਸਿੱਖ ਲੀਡਰ ਲੈ ਕੇ ਆਏ ਜਾਂ ਕੁਛ ਤੋੜ-ਫੋੜ ਕੀਤੀ ਜੀ, ਜਾਂ ਅਕਾਲੀ ਦਲ ਤੋਂ, ਉਹਦਾ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਜੋ ਹੁਣ ਤੱਕ ਲੱਗਦਾ। ਕੱਲ ਦਾ ਇੱਥੇ ਕੋਈ ਪਤਾ ਨਹੀਂ ਹੁੰਦਾ ਵੋਟਾਂ ਦੇ ਵਿੱਚ, ਕਿਉਂਕਿ ਆਪ ਦੀ ਸਰਕਾਰ ਬੜੀ 2 ਮਹੀਨਿਆਂ ਬਾਅਦ ਹੀ ਲੋਕਾਂ ਨੇ ਸੰਗਰੂਰ ਤੋਂ ਪਾਸੇ ਪਲਟਦੇ ਸੀਗੇ। ਸੋ ਇਹ ਜਿਹੜਾ ਲੱਗਦਾ ਨਾ ਹੁਣ ਲੇਟੈਸਟ ਜਿਹੜੀ ਗੱਲ ਉੱਭਰ ਕੇ ਆ ਰਹੀ ਹੈ, ਬੇਸ਼ੱਕ ਅਕਾਲੀ ਦਲ ਨੂੰ ਨੁਕਸਾਨ ਵੀ ਪਹੁੰਚਾ ਰਿਹਾ ਹੈ, ਚਾਹੇ ਉਹ ਮਾਨ ਦਾ ਕੈਂਡੀਡੇਟ ਹੋਏਗਾ, ਚਾਹੇ ਕੋਈ ਦੂਜੀ ਤਰ੍ਹਾਂ ਬਾਗੀ ਜਿਹੜੇ ਹੈਗੇ ਉਹ ਹੈ, ਲੇਕਿਨ ਫਿਰ ਵੀ ਇਸ ਸਥਿਤੀ ਦਿਲਚਸਪ ਉੱਭਰ ਰਹੀ ਹੈ। ਉਹਦੇ 'ਚ ਮੈਨੂੰ ਇਹ ਲੱਗਦਾ ਹੈ ਕਿ ਅਲਟੀਮੇਟਲੀ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ 'ਚ ਵੀ ਬਣ ਸਕਦਾ, ਜਾਂ ਨਾ ਬਣੇਗਾ ਤੇ ਆਪ ਦਾ ਹੋਏਗਾ ਤੇ ਇਹ ਦੂਜੀ ਜਾਂ ਤੀਜੀ ਧਿਰ ਬਣ ਸਕਦੇ ਆ। ਠੀਕ ਹੈ। ਤੁਸੀਂ ਦੇਖੋ ਵੀ ਜਦੋਂ ਇਹ ਬੀਜੇਪੀ ਦੇ ਨਾਲ ਸੀਗੇ
ਤੇ ਇਹਨਾਂ ਦੇ ਕੈਂਡੀਡੇਟ ਨੂੰ ਉਦੋਂ 3,66,000 ਵੋਟ ਮਿਲੀ ਸੀਗੀ 2019 ਜੀ ਜੀ। ਤੇ ਜਿਹੜਾ ਸੀਗਾ ਕਾਂਗਰਸ ਦਾ ਕੈਂਡੀਡੇਟ ਉਹਨੂੰ 38% ਵੋਟ ਮਿਲੀ ਤੇ ਇਹਨਾਂ ਨੂੰ 36 ਮਿਲੀ। 19,000 ਵੋਟ ਦੇ ਫਰਕ ਨਾਲ ਇਹ ਇਹਨਾਂ ਦਾ ਕੈਂਡੀਡੇਟ ਹਾਰਿਆ ਸੀਗਾ। ਲੇਕਿਨ ਉਸ ਤੋਂ ਬਾਅਦ ਸਥਿਤੀ ਬੀਐਸਪੀ ਨੇ 2 ਲੱਖ ਤੋਂ ਉੱਪਰ ਵੋਟ ਲਈ ਸੀ, ਉਹਨਾਂ ਦਾ ਕੱਲਾ ਕੈਂਡੀਡੇਟ ਸੀਗਾ। ਹੁਣ ਬੀਐਸਪੀ ਨਾਲ ਜਿਹੜਾ ਬੀਜੇਪੀ ਨਿਕਲ ਗਈ। ਹੁਣ ਜਿਹੜਾ ਇਹਨਾਂ ਦਾ ਸਮੀਕਰਨ ਬਣਿਆ ਹੈ, ਬੇਸ਼ੱਕ ਭਾਜਪਾ ਨਾਲੋਂ ਟੁੱਟ ਗਿਆ ਤੇ ਭਾਜਪਾ ਦਾ ਇੱਕ ਨੈਗੇਟਿਵ ਪੁਆਇੰਟ ਵੀ ਸੀਗਾ ਜੀ, ਲੇਕਿਨ ਬੀਐਸਪੀ ਦਾ 101% ਉਸ ਗੱਲ ਨੂੰ ਕਵਰ ਕਰਦਾ, ਬਲਕਿ ਉਹਦੇ ਤੋਂ ਵੀ ਪਲੱਸ ਪੁਆਇੰਟ ਹੈ ਕਿ ਬੀਐਸਪੀ ਤੇ ਇਹਨਾਂ ਦਾ ਕੰਬੀਨੇਸ਼ਨ ਬੈਟਰ ਹੈ। ਜਿਹੜੀ ਪਹਿਲਾਂ ਇਹ ਸੀ ਵੀ ਇਹ ਸੋਚਦੇ ਸੀ ਕਿ ਬੀਜੇਪੀ ਦੀ ਵੋਟ ਸਾਨੂੰ ਪਊਗੀ, ਬੀਜੇਪੀ ਦੀ ਵੋਟ ਅਕਾਲੀ ਦਲ ਦੇ ਕੈਂਡੀਡੇਟ ਨੂੰ ਕਦੇ ਨਹੀਂ ਪੈਂਦੀ ਸੀ। ਅਕਾਲੀ ਦਲ ਦੀ ਵੋਟ ਪੈ ਜਾਂਦੀ ਸੀ। ਇਹ ਮੇਰਾ ਨਹੀਂ, ਇਹ ਬਹੁਤ ਤੁਸੀਂ ਮੀਡੀਆ ਦੇ ਵਿੱਚ ਹਮੇਸ਼ਾ ਹੀ ਇਹ ਗੱਲ ਆਉਂਦੀ ਰਹੀ ਹੈ ਔਰ ਫੈਕਟ ਵੀ ਹੈਗਾ। ਲੇਕਿਨ ਇਸੇ ਕਰਕੇ ਮੈਂ ਕਹਿੰਦਾ ਵੀ ਸਥਿਤੀ ਬੜੀ ਦਿਲਚਸਪ ਬਣਦੀ ਹੈ। ਹਾਲੇ ਜਿਹੜਾ ਸ਼ੁਰੂ ਚ ਕਹਿਣਾ ਕੋਈ ਬਹੁਤਾ ਠੀਕ ਨਹੀਂ ਹੁੰਦਾ। ਆਪਾਂ ਇੱਕ ਗੱਲ ਹੋਰ ਬਰਾੜ ਸਾਹਿਬ, ਜੇ ਅਸੀਂ ਸੱਤਾਧਾਰੀ ਧਿਰ ਦੀ ਗੱਲ ਕਰਦੇ ਹਾਂ, ਉਹਨਾਂ ਨੇ ਕੈਂਡੀਡੇਟ ਕਾਂਗਰਸ ਤੋਂ ਕੈਂਡੀਡੇਟ ਲਿਆ, ਜਾਂ ਬੀਜੇਪੀ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਅਕਾਲੀ ਦਲ ਤੋਂ ਕੈਂਡੀਡੇਟ ਲਿਆ, ਪਾਰਟੀ ਤੋਂ ਇਲਾਵਾ ਜਿਹੜੇ ਫੇਸਿਸ ਹੁੰਦੇ ਨੇ ਉਹਨਾਂ ਦੇ ਨਾਲ ਵੀ ਤਾਂ ਲੋਕ ਜੁੜੇ ਹੁੰਦੇ ਨੇ। ਹੁਣ ਰਿੰਕੂ ਹੈ, ਰਿੰਕੂ ਦੇ ਨਾਲ ਵੀ ਤਾਂ ਲੋਕ ਜੁੜੇ ਹੀ ਹੋਏ ਸੀਗੇ। ਉਹ ਜਿਹੜੀ ਵੋਟ ਹੈ ਕਾਂਗਰਸ ਤੋਂ ਟੁੱਟ ਕੇ ਬੀਜੇਪੀ ਦੇ ਖੇਮੇ, ਆਮ ਆਦਮੀ ਪਾਰਟੀ ਦੇ ਖੇਮੇ ਚ ਆਊਗੀ। ਇੱਦਾਂ ਹੀ ਅਟਵਾਲ ਜਿਹੜੇ ਨੇ, ਇੰਦਰ ਅਕਬਾਲ ਸਿੰਘ ਅਟਵਾਲ, ਉਹਦਾ ਆਪਣਾ ਕੋਈ ਧਰਾਤਲ ਹੋਏਗਾ, ਉਹਦੀ ਵੋਟ ਹੈ ਜਿਹੜੀ ਉਹ ਵੀ ਅਕਾਲੀ ਦਲ ਤੋਂ ਟੁੱਟ ਕੇ ਬੀਜੇਪੀ ਦੇ ਖੇਮੇ ਚ ਆਏਗੀ। ਦੇਖੋ ਜੀ, ਅਟਵਾਲ ਦਾ ਉਸ ਏਰੀਏ 'ਚ ਆਪਣਾ ਕੋਈ ਨਿੱਜੀ ਹੈ ਨਹੀਂ ਸੀਗਾ, ਬਲਕਿ ਹੁਣ ਕਈ ਤਰ੍ਹਾਂ ਦੇ ਨੈਗੇਟਿਵ ਪੁਆਇੰਟ ਵੀ ਉਹਦੇ 'ਚ ਉੱਭਰਨੇ ਸ਼ੁਰੂ ਹੋ ਗਏ ਜੀ। ਬੀਜੇਪੀ ਦੀ ਵੋਟ ਅਟਵਾਲ ਨੂੰ ਕਿੰਨੀ ਕੁ ਪਊਗੀ ਮੈਂ ਕਹਿ ਨਹੀਂ ਸਕਦਾ, ਲੇਕਿਨ ਜਿੱਥੋਂ ਤੱਕ ਰਿੰਕੂ ਦਾ ਸਵਾਲ ਹੈ, ਉਹ ਹਲਕਾ ਕਾਂਗਰਸ ਦਾ ਹੈ। ਲੋਕ ਕਿਸੇ ਕੈਂਡੀਡੇਟ ਇਕੱਲੇ ਨਾਲ ਨਹੀਂ ਹੁੰਦੇ, ਕੈਂਡੀਡੇਟ ਦਾ ਕੋਈ ਥੋੜਾ ਬਹੁਤਾ ਬਹੁਤ ਤਕੜੇ ਕੋਈ ਕੈਂਡੀਡੇਟ ਹੋਣ, ਜਿਵੇਂ ਰਾਣਾ ਗੁਰਜੀਤ ਹੈ, ਉਹ ਉਹਨਾਂ ਦਾ ਵੀ ਇਹੋ ਜਿਹੇ ਕੋਈ ਉਮੀਦਵਾਰ ਹੁੰਦੇ ਆ ਜਿਨ੍ਹਾਂ ਦਾ ਆਪਣਾ ਜ਼ਮੀਨ ਦੇ ਵਿੱਚ ਲੋਕਾਂ ਨਾਲ, ਚੌਧਰੀ ਸੰਤੋਖ ਸਿੰਘ ਸੀਗਾ ਜਿਹਦਾ ਆਪਣਾ ਆਧਾਰ ਸੀਗਾ, ਜਾਂ ਚੌਧਰੀ ਲਗਾਤਾਰ ਜਿੱਤਦੇ ਰਹੇ, ਜਾਂ ਚੌਧਰੀ ਜਗਜੀਤ ਸਿੰਘ, ਉਹਦਾ ਵੀ ਆਪਣਾ ਆਧਾਰ ਸੀ ਉਹਨਾਂ ਲੋਕਾਂ ਦਾ ਬੜੇ ਲੰਬੇ ਸਮੇਂ ਤੋਂ। ਉਹਨਾਂ ਦੇ ਪਿਤਾ ਮਾਸਟਰ ਗੁਰਮੰਤਾ ਸਿੰਘ ਐਗਰੀਕਲਚਰ ਮਿਨਿਸਟਰ ਰਹੇ ਗਿਆਨੀ ਜੈਲ ਸਿੰਘ ਦੀ ਮਿਨਿਸਟਰੀ 'ਚ, ਉਹਨਾਂ ਦੀ ਆਪਣਾ ਆਧਾਰ ਹੈ ਉਸ ਫੈਮਿਲੀ ਦਾ। ਇਹ ਸੀਟ ਟੂ ਬੀ ਫਰੈਂਕ ਕਾਂਗਰਸ ਦੀ ਰਹੀ ਹੈ। ਹੁਣ ਕਾਂਗਰਸ 'ਚ ਯੂਨਿਟੀ ਵੀ ਲੱਗਦੀ ਹੈ ਆਪਸ ਵਿੱਚ। ਰਿੰਕੂ ਜਾਂ ਦੂਜੇ ਕੋਈ ਬਹੁਤਾ ਕੈਂਡੀਡੇਟ ਦਾ ਫਰਕ ਨਹੀਂ ਪੈਣਾ। ਇੱਕ ਇਸ਼ੂ ਤੁਸੀਂ ਹੋਰ ਉਠਾਇਆ ਸੀ ਜਿਹੜੀ ਸ਼ਹਿਰਾਂ 'ਚ ਜੀ ਬੀਜੇਪੀ ਜ਼ਮੀਨ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਬਣਾ ਸਕੀ ਕਿ ਉਹ ਹਿੰਦੂਆਂ ਲਈ ਜਾਂ ਸ਼ਹਿਰੀਆਂ ਲਈ, ਪੰਜਾਬ ਦੇ ਲਈ ਬਹੁਤ ਕੁਝ ਕਰ ਰਹੀ ਹੈ। ਜੇ ਤੁਸੀਂ ਓਵਰਆਲ ਕਿਤੇ ਗੱਲਬਾਤ ਕਰੋ, ਉਹਨਾਂ 'ਚੋਂ ਵੀ ਫਰਸਟ੍ਰੇਸ਼ਨ ਨਜ਼ਰ ਆਉਂਦੀ ਹੈ, ਜਿਹੜੇ ਵਪਾਰੀ ਹੈ ਜਾਂ ਉਦਯੋਗਪਤੀ ਹੈ, ਕਿਉਂਕਿ ਇਹਨਾਂ ਦੇ ਕੋਈ ਸਟਰੋਂਗ ਲੀਡਰਸ਼ਿਪ ਨਹੀਂ ਸੀ ਜਿਹੜੀ ਮੂਹਰੇ ਲੱਗ ਕੇ ਪੰਜਾਬ ਦੇ ਉਦਯੋਗ ਲਈ ਜਾਂ ਦੂਜੇ ਲਈ ਕੰਮ ਕਰ ਸਕਦਾ। ਪੰਜਾਬ ਦਾ ਉਦਯੋਗ ਤਾਂ ਬਾਹਰ ਨੂੰ ਭੱਜਣ ਡਿਆ। ਜਾਂ ਇਹਨਾਂ ਨੇ ਹਿਮਾਚਲ ਨੂੰ ਫੈਸਿਲਿਟੀ ਦਿੱਤੀਆਂ ਜਾਂ ਉੱਤਰਾਖੰਡ ਨੂੰ, ਜਿਹੜੇ ਪਹਾੜੀ ਏਰੀਆ ਸੀਗਾ। ਹੁਣ ਲੋਕੀ ਪਿੱਛੇ ਜੇ ਆਉਂਦਾ ਸੀ ਕਿ ਜੀ ਇੰਡਸਟਰੀ ਜਿਹੜੀ ਉਧਰ ਯੂਪੀ ਨੂੰ ਜਾ ਰਹੀ ਹੈ। ਸੋ ਪੰਜਾਬ ਦਾ ਇੰਡਸਟਰੀਅਲਿਸਟ ਜਾਂ ਪੰਜਾਬ ਦਾ ਸ਼ਹਿਰੀ ਕਿਸ ਤਰੀਕੇ ਨਾਲ ਬਹੁਤਾ ਖੁਸ਼ ਲੱਗਦਾ ਨਹੀਂ ਹੈ। ਠੀਕ ਹੈ ਖਾਲਿਦ ਸਾਹਿਬ, ਇੱਕ ਸਵਾਲ ਹੋਰ, ਜਿਹੜੀ ਸੱਤਾਧਰ ਹੈਗੀ ਹੈ ਮੌਜੂਦਾ, ਉਹ ਕਹਿੰਦੇ ਕਿ ਅਸੀਂ ਵਿਕਾਸ ਦੇ ਨਾਮ ਤੇ ਵੋਟਾਂ ਮੰਗਣੀਆਂ, ਅਸੀਂ ਮੰਗਣੀਆਂ ਮੁਹੱਲਾ ਕਲੀਨਿਕ ਦੇ ਨਾਮ ਤੇ, ਅਸੀਂ ਮੰਗਣੀਆਂ ਜ਼ੀਰੋ ਬਿੱਲ ਦੇ ਨਾਮ ਤੇ, ਅਸੀਂ ਮੰਗਣੀਆਂ ਸਿੱਖਿਆ ਦੇ ਨਾਮ ਤੇ, ਸਿਹਤ ਸੁਵਿਧਾਵਾਂ ਦੇ ਨਾਮ ਤੇ, ਵੀ ਜਿਹੜਾ 1 ਸਾਲ ਦੇ ਵਿੱਚ ਟੋਲ ਬੰਦ ਕੀਤੇ ਉਹਨਾਂ ਦੇ ਨਾਮ ਤੇ। ਇਹ ਕੀ ਲੱਗਦਾ ਕਿ ਤੁਹਾਨੂੰ ਵਿਕਾਸ ਦਾ ਮਾਪਦੰਡ ਜੇਕਰ ਇੱਥੇ ਸਹੀ ਤਰੀਕੇ ਨਾਲ ਢੁਕੇਗਾ? ਕਿਉਂਕਿ ਜੇ ਵਿਕਾਸ ਦੇ ਨਾਮ ਤੇ ਵੋਟਾਂ ਪੈਂਦੀਆਂ ਤਾਂ ਅਕਾਲੀ ਦਲ ਕਹਿੰਦਾ ਕਿ ਸਾਨੂੰ ਸਭ ਤੋਂ ਵੱਧ ਵੋਟਾਂ ਪੈਣੀਆਂ ਸੀ। ਦੇਖੋ ਇੱਦਾਂ ਕਿ ਆਮ ਆਦਮੀ ਪਾਰਟੀ ਨੇ ਇਸੇ ਚੀਜ਼ ਨੂੰ ਅੱਗੇ ਵਧਾਇਆ, ਜਿਹੜਾ ਕਿ ਪਿੱਛੇ ਜੇ ਬਿਆਨ ਜਿੰਨੇ ਵੀ ਆ ਰਹੇ ਹਨ ਉਹੀ ਆ ਰਹੇ ਆ। ਅਸੀਂ 26,000 ਬੰਦਿਆਂ ਨੂੰ ਅਪਾਇੰਟਮੈਂਟ ਲੈਟਰ ਦੇ ਦਿੱਤੇ, ਅਸੀਂ ਜਿਹੜਾ ਹੈਗੇ ਆ ਇਹ ਡਿਵੈਲਪਮੈਂਟ ਦੇ ਕੰਮ ਕੀਤੇ ਹੈ, ਮਹੱਲਾ ਕਲੀਨਿੰਗ ਵਗੈਰਾ ਸਾਰਾ ਕੁਝ ਉਹਨਾਂ ਨੇ ਨੈਚੁਰਲੀ ਕਰਨਾ ਹੈ, ਉਹਨਾਂ ਨੇ ਜੋ ਕੁਝ ਵੀ ਕੀਤਾ ਹੈ। ਲੇਕਿਨ ਇਹਦੇ ਵਿੱਚ ਦੋ ਚੀਜ਼ਾਂ, ਇੱਕ ਤਾਂ ਹੁੰਦੀ ਹੈ ਪਾਰਟੀ। ਆਮ ਆਦਮੀ ਪਾਰਟੀ ਦਾ ਕਿਆ ਬੂਥ ਲੈਵਲ ਤੇ ਬੇਸ ਹੈ ਉਸ ਇਲਾਕੇ ਦੇ ਵਿੱਚ? ਨਹੀਂ ਹੈ। ਉੱਥੇ ਜਿਹੜਾ ਬੇਸ ਹੈਗਾ ਉਹ ਕਾਂਗਰਸ ਦਾ, ਅਕਾਲੀ ਦਲ ਦਾ, ਔਰ ਪਾਕਟ ਦੇ ਵਿੱਚ ਬੀਜੇਪੀ ਦਾ, ਬੀਐਸਪੀ ਦਾ ਵੀ ਹੈ। ਇਹਦੇ ਵਿੱਚ ਆਮ ਆਦਮੀ ਪਾਰਟੀ, ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਉੱਥੋਂ ਇੱਕ ਐਸਾ ਕੈਂਡੀਡੇਟ ਲੈਣਾ ਪਿਆ ਜਿਹੜਾ ਕਿ ਕਿਸੇ ਹੋਰ ਪਾਰਟੀ ਦਾ ਕੱਲ ਤੱਕ ਸੀਗਾ। ਹੁਣ ਲੋਕ ਇਹ ਵੀ ਦੇਖਣਗੇ ਵੀ ਯਾਰ ਇਹ ਕੱਲ ਇੱਥੇ ਤੁਰਿਆ ਫਿਰਦਾ ਸੀ ਕਾਂਗਰਸ ਵਾਸਤੇ ਵੋਟ ਮੰਗਦਾ, ਅੱਜ ਇਹ ਆਮ ਆਦਮੀ ਪਾਰਟੀ। ਕ੍ਰੈਡੀਬਿਲਿਟੀ ਜਿਹੜੀ ਕੈਂਡੀਡੇਟ ਦੀ, ਪਹਿਲਾਂ ਪਾਰਟੀ, ਫਿਰ ਕ੍ਰੈਡੀਬਿਲਿਟੀ ਕੈਂਡੀਡੇਟ ਦੀ, ਉਸ ਤੋਂ ਬਾਅਦ ਤੁਹਾਡਾ ਕੇਡਰ। ਕੇਡਰ ਜਦ ਤੱਕ ਨਹੀਂ ਹੁੰਦਾ, ਦੇਖੋ ਵੋਟ ਖਿੱਚ ਕੇ ਲਿਆਉਣੀ ਹੈ ਕਿਹਨੇ?
ਜਿਹੜਾ ਕਿ ਜ਼ਮੀਨ ਦੇ ਉੱਪਰ ਬੈਠਾ ਕੇਡਰ ਜਿਹੜਾ ਪਰ ਖਾਲਿਦ ਸਾਹਿਬ ਪਹਿਲਾਂ ਵੀ ਤਾਂ 92 ਐਮਐਲਏ ਜਿੱਤੇ ਨਾ। ਨਹੀਂ, ਉਹ ਇੱਕ ਲੋਕਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਹੈ। wave ਉਹ ਹੁਣ ਸੀ। ਉਹ ਐਕਸਪੈਰੀਮੈਂਟ ਕੀਤਾ ਹੈ ਕਿ ਜੇ ਅਸੀਂ ਟ੍ਰੈਡੀਸ਼ਨਲ ਪਾਰਟੀਆਂ ਨੂੰ ਪਿੱਛੇ ਸਿੱਟ ਕੇ ਅਸੀਂ ਨਵਾਂ ਤਜਰਬਾ ਕਰਨਾ, ਠੀਕ ਹੈ, ਵੈਲਕਮ ਹੈ, ਬਿਲਕੁਲ ਐਕਸਪੈਕਟ ਕਰਦੇ, ਅਸੀਂ ਵੀ ਐਕਸਪੈਕਟ ਕਰਦੇ ਸੀਗੇ ਕਿ 92 ਸੀਟਾਂ ਲੋਕ ਦੇਣਗੇ, ਲੇਕਿਨ ਹੁਣ 5 ਸਾਲ ਆਪਾਂ ਨੂੰ ਅੰਕਲਨ ਕਰਨਾ ਪਏਗਾ, ਦੇਖਣਾ ਪਏਗਾ ਕਿ ਲੋਕਾਂ ਨੇ ਸਹੀ ਫੈਸਲਾ ਹੈ, ਅਲਟੀਮੇਟਲੀ ਫੈਸਲਾ ਲੋਕਾਂ ਦਾ। ਦੂਸਰੀ ਚੀਜ਼ ਇਹ ਹੈਗੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਸੱਤਾਧਿਰ ਪਾਰਟੀ ਦੀ, ਸੱਤਾਧਿਰ ਪਾਰਟੀ ਦੇ ਵਿੱਚ ਕੈਂਡੀਡੇਟ ਦਾ ਨਾ ਹੋਣਾ, ਇਫੈਕਟਿਵ ਕੈਂਡੀਡੇਟ ਦਾ ਨਾ ਹੋਣਾ, ਔਰ ਉਸ ਤੋਂ ਬਾਅਦ ਕੇਡਰ ਦਾ ਨਾ ਹੋਗਾ। ਤੀਸਰੀ ਗੱਲ ਇਹ ਹੈਗੀ ਹੈ ਕਿ ਆਮ ਆਦਮੀ ਪਾਰਟੀ ਉਲਝੀ ਪਈ ਹੈ ਆਪਣੇ ਮਸਲਿਆਂ ਦੇ ਵਿੱਚ, ਜਿਵੇਂ ਕਿ ਸਿਸੋਦੀਆ ਦਾ ਅੰਦਰ ਜਾਣਾ, ਕੇਜਰੀਵਾਲ ਨੂੰ ਕੁਐਸਚਨਿੰਗ ਕਰਨੀ, CBI ਦੀ। ਹੁਣ ਦੇਖੋ ਨਾ, ਅਗਰ ਚੀਫ ਮਿਨਿਸਟਰ ਤੁਹਾਡੇ ਦਿੱਲੀ ਜਾਂਦੇ ਰਹੇ ਦਿੱਲੀ, ਇਸ ਕਰਕੇ ਵੀ ਕੇਜਰੀਵਾਲ ਤੋਂ ਕੁਐਸਚਨਿੰਗ ਹੋ ਰਹੀ ਹੈ, ਅੱਜ ਅਸੀਂ ਸੋਲੀਡੈਰਿਟੀ ਸ਼ੋ ਕਰੀਏ, ਤਾਂ ਫਿਰ ਕੈਂਪੇਨ ਕਿਹਨੇ ਕਰਨੀ ਹੈ? ਕਿਉਂਕਿ ਕੈਂਪੇਨ ਇੱਕ ਬੰਦਾ ਦਾ ਮੋਢੀ ਤਾਂ ਲੱਗੇਗਾ ਨਾ ਅੱਗੇ, ਉਹ ਚੀਜ਼ ਨਹੀਂ ਹੈ। ਤਾਂ ਇਹ ਚੀਜ਼ ਇਸ ਦੀ ਵਜ੍ਹਾ ਕਰਕੇ। ਪਰ ਖਾਲਿਦ ਸਾਹਿਬ ਇੱਕ ਗੱਲ ਜਿਹੜੀ ਸਮਝ ਤੋਂ ਥੋੜੀ ਜਿਹੀ ਪਰਾਂ ਹੈਗੀ ਹੈ, ਉਹ ਇਹ ਹੈਗੀ ਹੈ ਕਿ ਸਰਕਾਰ ਦਾ ਆਪਾਂ ਅਕਸਰ ਹੀ ਇਹ ਕਹਿੰਦੇ ਕਿ ਅਪਰ ਹੈਂਡ ਹੁੰਦਾ ਹੈ, ਥੋੜਾ ਲੋਕਾਂ ਦੇ ਵਿੱਚ ਵੀ ਇਹ ਹੁੰਦਾ ਕਿ ਜੇ ਤੁਸੀਂ ਕੰਮ ਕਰਾਣੇ ਆ ਤਾਂ ਸਰਕਾਰ ਦਾ ਨੁਮਾਇੰਦਾ ਜਿੱਤਣਾ ਚਾਹੀਦਾ। ਫਿਰ ਇਹ ਸਮਝ ਤੋਂ ਬਾਹਰ ਹੈ ਗੱਲ ਕਿ ਆਮ ਆਦਮੀ ਪਾਰਟੀ ਨੂੰ ਦੂਜੀ ਪਾਰਟੀ ਦਾ ਕੈਂਡੀਡੇਟ ਲੈਣ ਦੀ ਜ਼ਰੂਰਤ ਕਿਉਂ ਪੈ ਗਈ? ਤੁਸੀਂ ਸੰਗਰੂਰ ਦੇ ਵਿੱਚ ਵੀ XYZ ਖੜਾ ਕਰਤਾ ਸੀਗਾ, ਇੱਥੇ XYZ ਕਿਉਂ ਨਹੀਂ ਖੜਾ ਕੀਤਾ? ਦੇਖੋ, ਗੱਲ ਇਹ ਹੈ ਕਿ ਜਿਸ ਵੇਲੇ ਉਹਨਾਂ ਨੇ ਦੇਖਿਆ, ਪਹਿਲਾਂ ਤਾਂ ਕਾਫੀ ਦੇਰ ਕੈਂਡੀਡੇਟ ਡਿਸਾਈਡ ਹੀ ਨਹੀਂ ਹੋਇਆ। ਜਦ ਡਿਸਾਈਡ ਹੋਇਆ ਕੈਂਡੀਡੇਟ, ਤਾਂ ਉਹ ਸੀਗਾ ਜਿਹੜਾ ਕਿ ਉਹਨਾਂ ਦਾ ਮੁੱਢ ਤੋਂ ਕੈਂਡੀਡੇਟ ਨਹੀਂ ਹੈ। ਉਹਦੀ ਵਜ੍ਹਾ ਕਰਕੇ ਜਿਹੜਾ ਕੇਡਰ ਉੱਥੇ ਬੈਠਾ ਵੀ ਉਹ ਵੀ ਨਾਰਾਜ਼ ਹੋਇਆ। ਉਹਦੀ ਨਾਰਾਜ਼ਗੀ ਜਿਹੜੀ ਹੈਗੀ ਹੈ ਉਹ ਇੱਕ ਨੈਗੇਟਿਵ ਇੰਪੈਕਟ ਲਾਏਗੀ, ਪੋਜ਼ਿਟਿਵ ਨਹੀਂ ਲਾ ਸਕਦੀ, ਕਿਉਂਕਿ ਕੈਂਡੀਡੇਟ ਦੇ ਨਾਲ ਉੱਠ ਕੇ ਖੜ ਕੇ ਤੁਰਨ ਵਾਲਾ ਵੀ ਤਾਂ ਕੋਈ ਹੋਵੇ। ਉਹ ਅਗਰ ਘਟ ਜਾਂਦੇ ਆ ਤਾਂ ਨੈਚੁਰਲੀ ਉਹਦਾ ਇੰਪੈਕਟ ਪਏਗਾ। ਦੂਸਰੀ ਇਹਦੇ ਵਿੱਚ ਇਹ ਹੈਗੀ ਹੈ ਕਿ ਅਗਰ ਇਹਨਾਂ ਦੀ ਨੈਸ਼ਨਲ ਲੀਡਰਸ਼ਿਪ ਆ ਕੇ ਇੱਕ ਅੱਧੀ ਵੀ 2-4 ਵੀ ਰੈਲੀਆਂ ਨਹੀਂ ਕਰ ਪਾਉਂਦੀ, ਤਾਂ ਇਹ ਹੋਏਗਾ ਕਿ ਤਾਂ ਉਧਰ ਆਪਣੇ ਮਸਲਿਆਂ 'ਚ ਬਿਜ਼ੀ ਹੈਗੀਆਂ, ਇਸ ਕਰਕੇ ਇੱਥੇ ਜਿਹੜਾ ਹੈਗਾ ਉਹ ਨਹੀਂ ਆ ਸਕਦੇ। ਇਹਨਾਂ ਸਾਰੀਆਂ ਫੈਕਟਰਾਂ ਦੀ ਵਜ੍ਹਾ ਕਰਕੇ ਮੈਨੂੰ ਇਦਾਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਬੇਸ਼ੱਕ ਢਿੱਲ ਤੱਕ ਜ਼ੋਰ ਲਾਏਗੀ, ਬਹੁਤ ਕੋਸ਼ਿਸ਼ ਕਰੇਗੀ, ਕਰਨੀ ਵੀ ਚਾਹੀਦੀ ਹੈ। ਇਹ ਪੋਲੀਟੀਕਲ ਅਖਾੜਾ ਹੈ, ਇਹਦੇ ਵਿੱਚ ਲੋਕਾਂ ਦੀ ਲੋਕਾਂ ਦਾ ਇਹਦੇ ਵਿੱਚ ਮੈਨੂੰ ਲੱਗਦਾ ਕੁਝ ਜਿਹੜਾ VOTING ਪੈਟਰਨ ਵੀ ਘਟੇਗਾ, ਕਿਉਂਕਿ ਲੋਕਾਂ ਨੇ ਕਿਹਾ 1.5 ਸਾਲ ਵਾਸਤੇ ਤਾਂ ਹੈਗਾ, ਉਸ ਤੋਂ ਬਾਅਦ ਫਿਰ ਇਲੈਕਸ਼ਨ ਆਏਗੀ, ਉਹ ਦੇਖਾਂਗੇ ਕੀ ਹੁੰਦਾ। ਉਹ ਵੀ ਇੱਕ ਫੈਕਟਰ ਜ਼ਰੂਰ ਕਾਊਂਟ ਕਰੇਗਾ। ਠੀਕ ਹੈ। ਬਰਾੜ ਸਾਹਿਬ, ਜੇ ਗੱਲ ਆਪਾਂ ਕਾਂਗਰਸ ਦੀ ਕਰਦੇ ਹਾਂ ਤਾਂ ਕਾਂਗਰਸ ਨੂੰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਿੰਪਥੀ ਵੋਟ ਵੀ ਮਿਲੇਗੀ, ਕਿਉਂਕਿ ਉਹ ਪਰਿਵਾਰ ਦਾ ਕਾਫੀ ਦਬਦਬਾ ਰਿਹਾ, ਅਚਨਚੇਤ ਇਦਾਂ ਮੌਤ ਹੋ ਜਾਣੀ ਔਰ ਇੱਕ ਪੱਤਾ ਖੇਡਦਿਆਂ ਹੋਏ ਉਹਨਾਂ ਦੀ ਪਤਨੀ ਨੂੰ ਕੈਂਡੀਡੇਟ ਬਣਾਇਆ ਗਿਆ। ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਥੋੜਾ ਜਿਹਾ ਪੁਸ਼ਅਪ ਦੇਣਗੀਆਂ ਕਾਂਗਰਸ ਨੂੰ? ਔਰ ਦੂਜਾ, ਜਿਹੜੀਆਂ ਬਾਕੀ ਸਾਰੀਆਂ ਤਰ੍ਹਾਂ ਦੀ ਨਾਰਾਜ਼ਗੀ ਸੀ, ਜਿਨ੍ਹਾਂ ਤੇ ਖੇਮੇ ਸੀ, ਜਿਨ੍ਹਾਂ 'ਚ ਨਵਜੋਤ ਸਿੰਘ ਸਿੱਧੂ ਦਾ ਆਪਣਾ ਖੇਮਾ, ਪ੍ਰਤਾਪ ਬਾਜਵਾ ਦਾ ਆਪਣਾ ਖੇਮਾ, ਪੱਠਲ ਦਾ ਆਪਣਾ ਖੇਮਾ ਜਾਂ ਰਾਜਾ ਵੜਿੰਗ ਦਾ ਆਪਣਾ ਖੇਮਾ, ਉਹ ਇੱਕ ਸਟੇਜ ਤੇ ਇਕੱਠੇ ਨਜ਼ਰ ਆ ਰਹੇ ਨੇ ਹੁਣ, ਭਾਵੇਂ ਜ਼ਬਰਦਸਤੀ ਹੀ ਸਹੀ, ਮਜਬੂਰੀ ਹੀ ਸਹੀ, ਪਰ ਉਹ ਨਜ਼ਰ ਆ ਰਹੇ ਨੇ। ਤਾਂ ਇਹਨਾਂ ਦੋ ਚੀਜ਼ਾਂ ਦਾ ਅਸਰ ਪਏਗਾ? ਇੱਕ ਤਾਂ ਜਿਹੜਾ ਨਾ ਹਰਪ੍ਰੀਤ ਜੀ, ਜਿਹੜੇ ਕੈਂਡੀਡੇਟ ਹਨ ਦੋ ਇਹਨਾਂ ਸਾਰਿਆਂ ਚੋਂ, ਇੱਕ ਤਾਂ ਇਹਨਾਂ ਦਾ ਅਕਾਲੀ ਦਲ ਦਾ ਜਿਹੜਾ ਡਾਕਟਰ ਸੁਖੀ, ਤੇ ਇੱਕ ਮੈਡਮ ਜਿਹੜੇ ਹੈ ਕਾਂਗਰਸ ਦੇ, ਇਹ ਬੜੇ ਸੰਜੀਦਾ ਜਿਹੇ ਉਮੀਦਵਾਰ ਆ ਦੋਨੇ ਹੀ, ਜਿਨ੍ਹਾਂ ਦਾ ਲੋਕਾਂ ਦੇ ਵਿੱਚ ਇੱਜ਼ਤ ਮਾਨ ਹੈਗਾ ਕਿ ਇਹ ਵਿਕਾਸ ਦੇ ਕੰਮਾਂ ਲਈ ਇਹ ਕਰਦੇ ਵੀ ਹੈ। ਸੱਚੀ ਗੱਲ ਇਹ ਹੈ ਕਿ ਜਿੱਥੋਂ ਤੱਕ ਚੌਧਰੀ ਪਰਿਵਾਰ ਦਾ ਸਵਾਲ ਹੈ, ਉਹਨਾਂ ਦਾ ਹੈਗਾ ਆਧਾਰ, ਉਹ ਬੜੇ ਲੰਮੇ ਸਮੇਂ ਤੋਂ, ਮਤਲਬ ਕਈ ਦਹਾਕਿਆਂ ਤੋਂ ਜਿਹੜਾ ਜਲੰਧਰ ਦੇ ਵਿੱਚ ਉਹਨਾਂ ਦਾ ਖਾਸ ਕਰਕੇ ਆਪਣੀ ਕਮਿਊਨਿਟੀ 'ਚ ਵੀ ਉਹਨਾਂ ਦਾ ਬਹੁਤ ਦਬਦਬਾ ਹੈਗਾ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਕੈਂਡੀਡੇਟ ਵੀ ਉਹਨਾਂ ਦਾ ਚੰਗਾ ਹੈ। ਕਾਂਗਰਸ ਲਈ ਪਲੱਸ ਪੁਆਇੰਟ ਇਹ ਹੋ ਗਿਆ ਕਿ ਸਾਰੇ ਗਰੁੱਪ ਜਿਹੜੇ ਉਹ ਵੀ ਇਕੱਠੇ ਆ, ਉਹ ਕੋਈ ਜ਼ਬਰਦਸਤੀ ਵਾਲੀ ਗੱਲ ਵੀ ਨਹੀਂ। ਉਹਨਾਂ ਨੂੰ ਵੀ ਇਹ ਹੋ ਗਿਆ ਕਿ ਬਾਈ ਇਲੈਕਸ਼ਨ ਆ, ਜੇ ਇਹ ਜਿੱਤਾਂਗੇ ਤੇ ਸਾਡਾ 2024 ਦੀ ਕੋਈ ਗੱਲ ਬਣੇ, 2024 ਲਈ ਅਸੀਂ ਸਿੰਪਥੀ ਵੋਟ ਵੀ ਕਿਤੇ ਕਿਤੇ ਕਾਊਂਟ ਹੋ ਜਾਂਦੀ। ਅੱਛਾ, ਇੱਕ ਗੱਲ ਹੋਰ, ਜੇ ਡਾਕਟਰ ਸੁਖੀ ਦੀ ਆਪਾਂ ਗੱਲ ਕਰਦੇ ਹਾਂ, ਮੈਂ ਹਾਲ ਹੀ ਦੇ ਵਿੱਚ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ, 2-3 ਚੀਜ਼ਾਂ ਜਿਹੜੀਆਂ ਉਹਨਾਂ ਬਾਰੇ ਪਤਾ ਲੱਗੀਆਂ ਕਿ ਬੰਗਾ ਤੋਂ 2 ਵਾਰ ਲਗਾਤਾਰ ਉਹ ਵਿਧਾਇਕ ਬਣੇ, ਔਰ ਉਹਨਾਂ ਨੇ ਬਸਪਾ ਦੇ ਵਿੱਚ ਵੀ ਕੰਮ ਕੀਤਾ ਹੋਇਆ, ਬਸਪਾ ਦੇ ਵਿੱਚ ਕਾਫੀ ਲੰਬਾ ਸਮਾਂ ਉਹਨਾਂ ਦੀ ਲੀਡਰਸ਼ਿਪ ਰਹੀ। ਫਿਰ ਤੁਹਾਨੂੰ ਲੱਗਦਾ ਕਿ ਇਸ ਗੱਲ ਦਾ ਉਹਨਾਂ ਨੂੰ ਡਬਲ ਫਾਇਦਾ ਹੋਏਗਾ ਕਿ ਬਸਪਾ ਦੇ ਵਿੱਚ ਵੀ ਉਹ ਰਹੇ ਹੈ ਤੇ ਹੁਣ ਉਹ ਅਕਾਲੀ ਦਲ ਦੇ ਵਿੱਚ ਹੈ, ਤੇ ਉਹ ਕਹਿੰਦੇ ਕਿ
ਮੈਂ ਤਾਂ ਸਵੇਰੇ ਕਲੀਨਿਕ ਜਾ ਕੇ ਆਪਣਾ ਕੰਮ ਧੰਦਾ ਕਰਨ ਤੋਂ ਬਾਅਦ ਕੈਂਪੇਨ ਆਪਣੀ ਸ਼ੁਰੂ ਕਰਦਾ ਵੀ ਮੇਰੇ ਵਾਸਤੇ ਰੋਜ਼ੀ ਰੋਟੀ ਦਾ ਮਸਲਾ ਵੀ ਬਹੁਤ ਇੰਪੋਰਟੈਂਟ ਹੈਗਾ। ਉਹ ਲੋਕਾਂ ਨੂੰ ਅਸੈਪਟੇਬਲ ਹੈ, ਲੋਕਾਂ ਨੂੰ ਉਹ ਵੀ ਹੈਗਾ। ਮੇਰਾ ਮਤਲਬ ਇਹ ਨਹੀਂ ਵੀ ਕੋਈ ਆਪਾਂ ਕਹਿ ਸਕਦੇ ਵੀ ਕਿਹੜੇ ਪੋਜੀਸ਼ਨ ਤੇ ਹੋਏਗਾ, ਜਿਹੜੇ ਕੈਂਡੀਡੇਟ ਬਹੁਤ ਵਧੀਆ, ਜਿਹੜੇ ਕੈਂਡੀਡੇਟ ਜਿਹੜਾ ਆਪਾਂ ਕਹਿ ਦਈਏ ਕਿ ਇਹਨਾਂ ਦਾ ਪਹਿਲਾਂ ਬੀਜੇਪੀ ਨੂੰ ਗੱਠਜੋੜ ਸੀ ਕਿਤੇ ਹੁਣ ਮਾੜਾ ਹੈ, ਇਹਨਾਂ ਨੂੰ ਇਹਦਾ ਅਕਾਲੀ ਦਲ ਨੂੰ ਫਾਇਦਾ ਹੈ ਕਿ ਬਸਪਾ ਨਾਲ ਇਹਨਾਂ ਦਾ ਗੱਠਜੋੜ ਹੋਇਆ ਵੀ ਘੱਟੋ ਘੱਟ ਇਸ ਏਰੀਆ ਦੇ ਵਿੱਚ ਫਾਇਦਾ ਜ਼ਰੂਰ ਹੋ ਸਕਦਾ ਹੈ ਜਿੱਥੇ ਦਲਿਤ ਭਾਈਚਾਰੇ ਦੀ ਵੋਟ ਬਹੁਤ ਹੈ। ਇੱਕ ਇਹਨਾਂ ਨੂੰ ਉਮੀਦਵਾਰ ਇਹੋ ਜਿਹਾ ਸੰਜੀਦਾ ਮਿਲਿਆ ਜਿਹਦੇ ਤੁਸੀਂ ਉਂਗਲ ਨਹੀਂ ਉਠਾ ਸਕਦੇ। ਇਹ 2-3 ਪਲੱਸ ਪੁਆਇੰਟ ਹੈਗੇ ਆ ਜਿਹੜੇ ਆਪ ਦੇ ਵਿੱਚ ਹੁਣ ਆਪ ਵਾਲਿਆਂ ਨੇ ਕੈਂਡੀਡੇਟ ਕਾਂਗਰਸ ਦਾ ਲਿਆਂਦਾ ਹੈ, ਮੰਨਿਆ ਉਹਦਾ ਆਧਾਰ ਆਪਦੇ ਹਲਕੇ 'ਚ ਹੋਏਗਾ, ਪਰ ਵੋਟ ਤਾਂ ਕਾਂਗਰਸ ਦੀ ਸੀ। ਨਿੱਜੀ ਤੌਰ ਤੇ ਤਾਂ ਕੋਈ ਐਡਾ ਵੱਡਾ ਤਾਂ ਹੈ ਨਹੀਂ ਸੀਗਾ ਕਿ ਜਿਹਦਾ ਚੌਧਰੀ ਪਰਿਵਾਰ ਜਿੰਨੀ ਸੇ ਹੋਵੇ ਕਿ ਟੱਕਰ ਦੇ ਸਕੇ। ਇਸੇ ਤਰ੍ਹਾਂ ਕੈਂਟ ਤੋਂ ਇਹਨਾਂ ਨੇ ਕੋਸ਼ਿਸ਼ ਕੀਤੀ, ਉਹ ਸੀਟ ਅਕਾਲੀ ਦਲ ਕੋਲ ਹੁੰਦੀ ਸੀਗੀ। ਪ੍ਰਗਟ ਸਿੰਘ ਪਹਿਲਾਂ ਇਹਨਾਂ ਦੇ ਨਾਲ ਸੀਗੇ, ਫਿਰ ਜਗਵੀਰ ਸਿੰਘ ਬਰਾੜ ਸੀ, ਹਾਂਜੀ, ਉਹਨਾਂ 'ਚ ਹੁਣ ਜਗਵੀਰ ਸਿੰਘ ਬਰਾੜ ਨੂੰ 5 ਵਾਰੀ ਉਹ ਪਾਰਟੀ ਬਦਲ ਚੁੱਕਿਆ। ਉਹ ਬੰਦੇ ਦੀ ਕ੍ਰੈਡੀਬਿਲਿਟੀ ਲੋਕ ਵੀ ਵੇਖਦੇ ਆ ਵੀ ਜਿਹੜਾ ਕਿੱਥੇ ਕਰਦਾ। ਹਾਂ, ਇਹ ਚੀਜ਼ਾਂ ਬੜੀਆਂ ਅਜੀਬ ਕਿਸਮ ਦੇ ਉੱਥੇ ਜਿਹੜੇ ਹਾਲਾਤ ਚਲੋ ਇਹ ਜਿਹੜੀਆਂ ਚੋਣਾਂ ਨੇ ਇਹਦੇ ਨਤੀਜੇ ਨੇ ਜਿਹੜੇ ਬੜੇ ਹੈਰਾਨੀਜਨਕ ਤਾਂ ਹੋ ਹੀ ਸਕਦੇ ਨੇ, ਪਰ ਬਹੁਤ ਕੁਝ ਅੱਗੇ ਤੋਂ ਸਥਾਪਿਤ ਕੀ ਰਹੇਗਾ, ਕਿਵੇਂ ਦੀ ਪੰਜਾਬ ਦੇ ਵਿੱਚ ਧਰਾਤਲ ਤੇ ਚੋਣ ਰਹੇਗੀ, ਉਸ ਤੇ ਵੀ ਨਜ਼ਰ ਰਹੇਗੀ। ਇੱਕ ਆਖਰੀ ਸਵਾਲ ਮੇਰਾ ਖਾਲਿਦ ਸਾਹਿਬ ਨੂੰ ਜ਼ਰੂਰ ਹੈ, ਜਿਹੜਾ ਮੈਂ ਬਰਾੜ ਸਾਹਿਬ ਤੋਂ ਵੀ ਪੁੱਛਿਆ ਸੀਗਾ, ਡੇਰਿਆਂ ਦੀ ਸਿਆਸਤ। ਅਕਸਰ ਹੀ ਪੰਜਾਬ ਦੇ ਵਿੱਚ 2 ਧਿਰਾਂ ਐਸੀਆਂ ਨੇ, ਇੱਕ ਦੁਆਬਾ ਤੇ ਇੱਕ ਮਾਲਵੇ ਦਾ ਬਠਿੰਡਾ ਮਾਨਸਾ ਇਹ ਵਾਲਾ ਰੀਜਨ ਹੈ ਜਿਹੜਾ, ਇੱਥੇ ਡੇਰਾ ਬੜਾ ਹੀ ਪਾਵਰਫੁਲ ਰਹਿੰਦਾ। ਤਾਂ ਤੁਹਾਨੂੰ ਲੱਗਦਾ ਕਿ ਡੇਰਾ ਇੰਪੈਕਟ ਰਹੇਗਾ ਇਸ ਵਾਰ? 2 ਚੀਜ਼ਾਂ ਮੈਂ ਕਹਾਂਗਾ। ਪਹਿਲੀ ਚੀਜ਼ ਤਾਂ ਹੈਗੀ ਹੈ ਜਿਹੜੀ ਤੁਸੀਂ ਕਿਹਾ ਹੈ ਕਿ ਫੋਰ ਐਗਜ਼ਾਮਪਲ ਇੱਕ ਕੈਂਡੀਡੇਟ ਇੱਕ ਪਾਰਟੀ 'ਚ ਅਗਰ ਕੰਮ ਕਰਦਾ ਹੈ ਤਾਂ ਜਿਸ ਵੇਲੇ ਉਹ ਦੂਸਰੀ ਪਾਰਟੀ ਸ਼ਿਫਟ ਹੁੰਦਾ ਹੈ ਤਾਂ ਵੋਟ ਵੀ ਸ਼ਿਫਟ ਹੁੰਦੀ ਹੈ। ਮੈਂ ਇਸ ਚੀਜ਼ 'ਚ ਵਿਸ਼ਵਾਸ ਨਹੀਂ ਕਰਦਾ। ਠੀਕ ਹੈ। ਉਹਦੀ ਵਜ੍ਹਾ ਹੈਗੀ ਹੈ ਕਿ ਅੰਗਰੇਜ਼ੀ 'ਚ ਇੱਕ ਮੁਹਾਵਰਾ ਯੂ ਲਵ ਮੀ ਐਂਡ ਲਵ ਮਾਈ ਡੌਗ ਆਲਸੋ, ਇਸ ਤਰ੍ਹਾਂ ਨਹੀਂ ਹੋਇਆ ਕਰਦਾ, ਇੱਕ ਨਾਲ ਹੀ ਹੁੰਦਾ। ਇਸ ਕਰਕੇ ਅਗਰ ਕੁਝ ਬੰਦੇ ਜਾਂਦੇ ਆ ਜਿਹੜੇ ਪਰਸਨਲ ਲੈਵਲ ਤੇ ਹੁੰਦੇ ਆ। ਦੂਸਰੀ ਡੇਰਾ ਦੀ ਸਿਆਸਤ, ਡੇਰੇ ਦੀ ਸਿਆਸਤ ਦੇ ਵਿੱਚ ਆਪਾਂ ਦੇਖਦੇ ਹੋ ਵੀ ਨਰਿੰਦਰ ਮੋਦੀ ਤੋਂ ਲੈ ਕੇ ਰਾਜਨਾਥ ਸਿੰਘ ਤੋਂ ਲੈ ਕੇ ਰਾਹੁਲ ਗਾਂਧੀ ਤੋਂ ਲੈ ਕੇ ਸਭ ਡੇਰਿਆਂ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਪਤਾ ਹੈ। ਲੇਕਿਨ ਡੇਰੇ ਦਾ ਜਿਹੜਾ ਵੋਟ ਹੈ ਉਹ ਵੋਟ ਨੂੰ ਤੁਸੀਂ ਕਦੇ ਵੀ ਇਹ ਨਹੀਂ ਹੋ ਸਕਦੇ ਵੀ ਇੱਕੋ ਪਾਸੇ ਪੈਗਾ, ਕਿਉਂਕਿ ਡੇਰਿਆਂ ਦੇ ਜਿਹੜੇ ਫਾਲੋਅਰਸ ਹੈ ਉਹਨਾਂ ਦੀ ਆਪਣੀ ਲੋਕਲ ਪੋਲਿਟਿਕਸ ਦੇ ਵਿੱਚ ਵੀ ਇਨਵੋਲਵਮੈਂਟ ਹੈ। ਉਹਦੀ ਵਜ੍ਹਾ ਕਰਕੇ ਉਹਨਾਂ ਦੇ ਵਿੱਚ ਪੁਆੜਾ ਵੀ ਹੈ, ਕੋਈ ਕਿਸੇ ਨੂੰ ਸਪੋਰਟ ਕਰਦਾ, ਕੋਈ ਕਿਸੇ ਨੂੰ। ਫੋਰ ਐਗਜ਼ਾਮਪਲ ਅਗਰ ਆਪਾਂ ਦਲਿਤ ਵੋਟ ਦੀ ਗੱਲ ਕਰੀਏ, ਕੋਈ ਵੀ ਪਾਰਟੀ ਇਹ ਨਹੀਂ ਕਹਿ ਸਕਦੀ ਕਿ ਦਲਿਤ ਵੋਟ ਮੇਰੀ ਜੇਬ ਦੇ ਵਿੱਚ ਹੈ, ਕਿਉਂਕਿ ਉਹਨਾਂ ਦੇ ਲੀਡਰ 4 ਵਾਰ ਡੇਰੇ ਦਾ ਪਰਿਕਰਮਾ ਕਰਿਆ ਹੈ। ਇਸ ਤਰ੍ਹਾਂ ਨਹੀਂ ਹੋਇਆ ਕਰਦਾ, ਕਿਉਂਕਿ ਜਿਸ ਵੇਲੇ ਵੋਟਰ ਵੋਟ ਪਾਉਣ ਜਾਂਦਾ ਹੈ ਉਹਨੂੰ ਅਗਰ ਗੁਆਂਢੀ ਨਾਲ ਉਹਦੀ ਲੱਗਦੀ ਹੈ ਤੇ ਗੁਆਂਢੀ ਦੂਸਰੀ ਪਾਰਟੀ ਨੂੰ ਕਹਿੰਦਾ ਮੈਂ ਤਾਂ ਇੱਧਰ ਪਾਉਂਗਾ, ਉਹਦਾ ਵੋਟਿੰਗ ਪੈਟਰਨ ਡਿਫਰੈਂਟ ਹੁੰਦਾ। ਇਸ ਕਰਕੇ ਡੇਰਿਆਂ ਦੀ ਸਿਆਸਤ ਡੈਫੀਨਿਟਲੀ ਡੇਰੇ ਇਨਫਲੂਐਂਸ ਕਰਦੇ ਆ, ਲੇਕਿਨ ਅਗਰ ਡੇਰਾ ਓਪਨਲੀ ਡਿਕਲੇਅਰ ਕਰਦਾ ਹੈ ਆਪਣੀ ਸਭਾ ਦੇ ਵਿੱਚ ਕਿ ਜੇ ਅਸੀਂ ਫਲਾਣੇ ਬੰਦੇ ਨੂੰ ਸਪੋਰਟ ਕਰ ਰਹੇ ਹਾਂ, ਉਹਦਾ ਇੱਕ ਡਿਫਰੈਂਟ ਮੀਨਿੰਗ ਹੈ। ਅਗਰ 4 ਬੰਦੇ ਜਾ ਕੇ ਡੇਰੇ 'ਚ ਉੱਥੇ ਜਾ ਕੇ ਰੈੱਡ ਕਾਰਪੇਟ ਬਿਠਾਤੀ, ਉਹਦਾ ਡਿਫਰੈਂਟ ਹੈ। ਇਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਡੇਰੇ ਜਿਹੜੇ ਹੈਗੇ ਆ ਉਹ ਇੱਕੋ ਪਾਸੇ ਜਾਣਗੇ, ਇੱਧਰ ਜਾਂ ਇੱਧਰ। ਡੈਫੀਨਿਟਲੀ ਉਹਨਾਂ ਦਾ ਪ੍ਰਭਾਵ ਹੈ। ਚਲੋ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਰਹੀ। ਸੋ ਮੁੱਕਦੀ ਗੱਲ ਇਹ ਹੈ ਵੀ ਜਿਹੜੀ ਇਹ ਚੋਣ ਹੈਗੀ ਹੈ, ਇਹ ਇਲੈਕਸ਼ਨ ਹੈਗੀ ਹੈ ਜਿਹੜੀ, ਇਹ ਬੜੀ ਇੰਟਰਸਟਿੰਗ ਰਹਿਣ ਵਾਲੀ ਹੈ। ਦੋਵੇਂ ਮਹਿਮਾਨ ਵੀ ਮੰਨਦੇ ਨੇ ਕਿ ਬੜੀ ਹੈਰਾਨੀਜਨਕ ਵੀ ਨਤੀਜੇ ਹੋ ਸਕਦੇ ਨੇ, ਇੰਟਰਸਟਿੰਗ ਵੀ ਹੋਣਗੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਵਕਾਰ ਦਾ ਸਵਾਲ, ਕਈਆਂ ਦੀ ਹੋਂਦ ਦਾ ਸਵਾਲ ਹੈ ਕਿ ਆਪਣੀ ਹੋਂਦ ਨੂੰ ਦੁਬਾਰਾ ਬਰਕਰਾਰ ਰੱਖਣਾ, ਤੇ ਕਈਆਂ ਦਾ ਇਹ ਸਵਾਲ ਹੈ ਕਿ ਤੁਹਾਨੂੰ ਇੰਨਾ ਵੱਡਾ ਮੈਂਡੇਟ ਜਿਹੜਾ ਮਿਲਿਆ ਸੀਗਾ ਉਸ ਮੈਂਡੇਟ ਨੂੰ ਕੈਰੀ ਫਾਰਵਰਡ ਤੁਸੀਂ ਕਰ ਪਾਏ ਜਾਂ ਨਹੀਂ ਕਰ ਪਾਏ। ਇਹਦਾ ਇੰਪੈਕਟ 2024 ਦੀਆਂ ਚੋਣਾਂ ਦੇ ਵਿੱਚ ਵੀ ਨਜ਼ਰ ਆਏਗਾ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।